ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਮਸੀਹ ਨਿਆਂ ਦੇ ਆਸਣ ਦੇ ਵਿੱਚ 6ਵੇਂ ਭਾਗ ਦੇ ਵਿੱਚ ਅਸੀਂ ਆਪ ਦਾ ਸਵਾਗਤ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਇਸ ਦਾ ਅਧਿਐਨ ਕਰੀਏ, ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਹੈ ਔਰ ਸਾਡੇ ਜੀਵਨ ਦੇ ਵਿੱਚ ਨਿਤ ਪ੍ਰਤੀ ਦਿਨ ਭਲਾਈ ਦੀਆਂ ਗੱਲਾਂ ਕਰਦਾ ਹੈ। ਅਸੀਂ ਜਦੋਂ ਨਿਆਂ ਦੇ ਵਿਖੇ ਵਿਸ਼ਵਾਸੀਆਂ ਦੇ ਜੋ ਦੇਹ ਦੇ ਨਾਲ ਹੈ ਜਾਂ ਉਸ ਨੇ ਜੋ ਭਲੇ ਜਾਂ ਬੁਰੇ ਦਾ ਕੀਤਾ ਹੈ ਉਸ ਦੇ ਬਾਰੇ ਸਿੱਖ ਰਹੇ ਹਾਂ। ਪਰਮੇਸ਼ਰ ਦਾ ਗ੍ਰੰਥੀਆਂ ਦੂਸਰਾ ਉਸ ਦੀ 5 ਅਧਿਆਇ ਉਸ ਦੀ 10 ਆਇਤ ਤੋਂ। ਪਰਮੇਸ਼ਰ ਪਿਤਾ ਇਸ ਦੇ ਉੱਤੇ ਸਿੱਖਣ ਦੇ ਲਈ ਸਾਡੀ ਮਦਦ ਕਰ ਔਰ ਇਸ ਦੇ ਅਨੁਸਾਰ ਸਾਨੂੰ ਆਪਣੇ ਜੀਵਨ ਨੂੰ ਸਿਧਾਈ ਦੇ ਨਾਲ ਬਤੀਤ ਕਰਨ ਦੇ ਲਈ ਮਦਦ ਕਰ। ਬੋਲਣ ਵਾਲੇ ਅਤੇ ਸੁਣਨ ਵਾਲੇ ਨੂੰ ਦੋਨਾਂ ਨੂੰ ਤੌਫੀਕ ਅਤੇ ਫਲ ਦੇ ਤਾਂ ਕਿ ਤੇਰੀ ਮਹਿਮਾ ਹੋ ਸਕੇ। ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅਸੀਂ ਲਗਾਤਾਰ ਵਿਸ਼ਵਾਸੀਆਂ ਦੇ ਨਿਆਂ ਦੇ ਉੱਤੇ ਜੋ ਪ੍ਰਗਟ ਕੀਤਾ ਜਾਣਾ ਹੈ ਮਸੀਹ ਦੇ ਨਿਆਂ ਆਸਣ ਦੇ ਅੱਗੇ, ਉਸ ਦੇ ਲਈ ਅਸੀਂ ਲਗਾਤਾਰ ਵਾਰਤਾਲਾਪ ਕਰਦੇ ਜਾ ਰਹੇ ਹਾਂ। ਕੱਲ ਮੈਂ ਆਪਣਾ ਜੋ ਵਚਨ 5ਵੇਂ ਭਾਗ ਦੇ ਵਿੱਚ ਛੱਡਿਆ ਸੀ ਉਹ ਵਿਵਹਾਰ ਦੇ ਉੱਤੇ ਛੱਡਿਆ ਸੀ। ਅੱਜ ਮੈਂ ਜੋ ਸ਼ੁਰੂ ਕਰਨ ਜਾ ਰਿਹਾ ਹਾਂ, ਸਾਡੇ ਉਦੇਸ਼। ਮੈਂ ਸਮਝਦਾ ਹਾਂ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਆਪਣੇ ਜੀਵਨ ਦੇ ਵਿੱਚ ਵਿਸ਼ਵਾਸਯੋਗਤਾ ਦੇ ਵਿੱਚ ਕਈ ਤਰ੍ਹਾਂ ਦੇ ਉਦੇਸ਼ ਲੈ ਕੇ ਆਪਣੇ ਜੀਵਨ ਨੂੰ ਜੀਣ ਦੀ ਕੋਸ਼ਿਸ਼ ਕਰਦੇ ਆ, ਪਰ ਉਹ ਉਦੇਸ਼ ਨੂੰ ਪ੍ਰਭੂ ਦੇ ਲਈ ਪੂਰਾ ਨਹੀਂ ਕਰਦੇ। ਮੈਂ ਇਹ ਕਈ ਵਾਰ ਦੇਖਿਆ ਹੈ। ਸ਼ੁਰੂ ਦੇ ਵਿੱਚ ਜਦੋਂ ਮੈਂ ਵੀ ਵਿਸ਼ਵਾਸ 'ਚ ਆਇਆ ਸਾਂ ਤਾਂ ਮੇਰੇ ਵਿੱਚ ਵੀ ਇਹ ਕਮੀ ਪਾਈ ਗਈ ਸੀ ਔਰ ਇਹ ਕਮੀ ਇਹ ਸੀ, ਮੈਂ ਡਿਸੀਜਨ ਲੈਂਦਾ ਸੀ ਕਿ ਮੈਂ ਪ੍ਰਭੂ ਦੇ ਲਈ ਇਹ ਕੰਮ ਕਰਾਂਗਾ, ਮੇਰੇ ਉਦੇਸ਼ ਹੁੰਦੇ ਸੀ, ਪਰ ਕਈ ਵਾਰ ਮੈਂ ਉਹਨਾਂ ਉਦੇਸ਼ਾਂ ਦੇ ਵਿੱਚ ਫੇਲ ਹੋ ਜਾਂਦਾ ਸੀ ਅਤੇ ਮੈਂ ਇਹ ਕਹਿ ਕੇ ਟਾਲ ਦਿੰਦਾ ਚਲੋ ਕੋਈ ਗੱਲ ਨਹੀਂ। ਪਰ ਜਦੋਂ ਮੈਂ ਮਸੀਹ ਦੇ ਵਿੱਚ ਪਰਮੇਸ਼ਰ ਦੇ ਵਚਨ ਦਾ ਵਧਿਆ, ਤਦ ਜਦੋਂ ਮੈਂ ਪਰਮੇਸ਼ਰ ਦੇ ਵਚਨ ਨੂੰ ਸਿੱਖਿਆ ਔਰ ਪਰਮੇਸ਼ਰ ਨੇ ਮੈਨੂੰ ਸਿਖਾਇਆ ਆਪਣੇ ਆਤਮਾ ਦੇ ਰਾਹੀਂ, ਤਦ ਮੈਨੂੰ ਸਮਝ ਆਇਆ ਕਿ ਪਰਮੇਸ਼ਰ ਦਾ ਜੋ ਉਦੇਸ਼ ਸੀ ਸਾਰੀ ਸ੍ਰਿਸ਼ਟ ਨੂੰ ਬਚਾਉਣਾ ਔਰ ਮਸੀਹ ਦਾ ਉਦੇਸ਼ ਸੀ ਸਾਰੀ ਮਨੁੱਖ ਜਾਤੀ ਦੇ ਉੱਤੇ ਪਰਮੇਸ਼ਰ ਦੇ ਪ੍ਰੇਮ ਨੂੰ ਆਪਣੇ ਬਲੀਦਾਨ ਦੇ ਰਾਹੀਂ ਮਨੁੱਖ ਜਾਤੀ ਨੂੰ ਬਚਾ ਕੇ ਪ੍ਰਗਟ ਕਰਨਾ, ਉਹ ਫੇਲ ਨਹੀਂ ਹੋਇਆ ਅਤੇ ਉਹਨਾਂ ਨੂੰ ਉਸ ਨੂੰ ਇਸ ਗੱਲ ਦਾ ਉਹ ਪ੍ਰਤੀਫਲ ਮਿਲਿਆ ਜਿਸ ਦੇ ਬਾਰੇ ਫਿਲਿੱਪੀਆਂ ਦੇ ਵਿੱਚ ਲਿਖਿਆ, ਉਹਨੂੰ ਉਹ ਨਾਮ ਦਿੱਤਾ ਗਿਆ ਜਿਹੜਾ ਸਭ ਨਾਮਾਂ ਤੋਂ ਸ੍ਰੇਸ਼ਟ ਨਾਮ ਹੈ। ਔਰ ਇੱਥੇ ਮੈਨੂੰ ਸਮਝ ਆਇਆ ਕਿ ਅਸੀਂ ਜੋ ਕੁਝ ਵੀ ਆਪਣੇ ਦਿਲ ਦੇ ਵਿੱਚ ਕਹਿੰਦੇ ਹਾਂ ਕਿ ਮੈਂ ਪ੍ਰਭੂ ਦੇ ਲਈ ਇਹ ਕਰਨਾ, ਜੇ ਅਸੀਂ ਨਹੀਂ ਕਰਦੇ ਹਾਂ ਤਾਂ ਉਸ ਦਾ ਨਿਆਂ ਵੀ ਮੇਰੇ ਸਾਹਮਣੇ ਖੜਾ ਹੋਇਆ ਹੈ। ਕਈ ਲੋਕ ਆਪਣਾ ਡਿਸੀਜਨ ਲੈਂਦੇ ਆ, ਆਪਣੇ ਜੀਵਨ ਦੇ ਵਿੱਚ ਨਿਰਣੇ ਲੈਂਦੇ ਆ, ਉਹਨਾਂ ਦਾ ਉਦੇਸ਼ ਆਪਣੇ ਜੀਵਨ ਨੂੰ ਮਸੀਹ ਦੇ ਲਈ ਪਵਿੱਤਰਤਾ ਨੂੰ ਪ੍ਰਗਟ ਕਰਨ ਦੇ ਲਈ, ਜਿਵੇਂ ਕਿ ਇੱਕ ਵਿਅਕਤੀ ਸ਼ਰਾਬ ਪੀਂਦਾ, ਉਹ ਆਪਣੇ ਜੀਵਨ 'ਚ ਇਸ ਗੱਲ ਦਾ ਨਿਰਣੇ ਲੈਂਦਾ ਹੈ ਕਿ ਮੈਂ ਆਪਣੇ ਜੀਵਨ ਨੂੰ ਪਵਿੱਤਰਤਾ ਦੇ ਨਾਲ ਬਤੀਤ ਕਰਨਾ, ਮੈਂ ਇਹਨਾਂ ਚੀਜ਼ਾਂ ਤੋਂ ਦੂਰ, ਔਰ ਮੇਰਾ ਜੀਵਨ ਦਾ ਉਦੇਸ਼ ਇਹ ਹੈ ਕਿ ਮੈਂ ਆਪਣੇ ਲੋਕਾਂ ਦੇ ਵਿੱਚ ਪਵਿੱਤਰ ਭਗਤੀ ਕਰ ਸਕਾਂ। ਪਰ ਉਹ ਡਿਸੀਜਨ ਲੈ ਕੇ ਵੀ ਆਪਣੇ ਆਪ ਨੂੰ ਕੀ ਕਰਦੇ ਆ, ਉਸ ਦੇ ਵਿੱਚ ਗਿਰ ਜਾਂਦੇ ਆ ਔਰ ਉਹ ਹਰ ਸਾਲ ਦੀ ਤਰ੍ਹਾਂ ਇਹ ਡਿਸੀਜਨ ਲੈਂਦੇ ਆ ਅਤੇ ਗਿਰ ਜਾਂਦੇ, ਪਰ ਉਹ ਇਹ ਨਹੀਂ ਜਾਣਦੇ ਕਿ ਇਸ ਦਾ ਨਿਆਂ ਪਰਮੇਸ਼ਰ ਸਾਡੇ ਜੀਵਨ ਦੇ ਵਿੱਚੋਂ ਲਏਗਾ ਤਾਂ ਅਸੀਂ ਉਸ ਦੇ ਸਾਹਮਣੇ ਕਿਉਂ ਖੜੇ ਹੋਵਾਂਗੇ। ਬਾਈਬਲ ਦੇ ਵਿੱਚ ਇਸ ਦੇ ਬਾਰੇ ਕੀ ਲਿਖਿਆ ਹੈ, ਮੈਂ ਪੜ੍ਹ ਰਿਹਾ ਪਹਿਲਾ ਕੁਰਿੰਥੀਆਂ 4 ਅਧਿਆਇ ਉਸ ਦੀ 5 ਆਇਤ ਦੇ ਵਿੱਚ, ਇਸ ਲਈ ਜਿੰਨਾ ਚਿਰ ਪ੍ਰਭੂ ਨਾ ਆਵੇ ਤੁਸੀਂ ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਵੇੜਾ ਨਾ ਕਰੋ। ਦੂਸਰੀ ਗੱਲ, ਉਹ ਤਾਂ ਅਨੇਰ ਦੀਆਂ ਗੁਪਤ ਗੱਲਾਂ ਨੂੰ ਪ੍ਰਕਾਸ਼ ਕਰੇਗਾ। ਜੋ ਤੁਸੀਂ ਕੀਤੀਆਂ, ਤੁਸੀਂ ਕਿਹਾ ਮੈਂ ਕਰੂੰਗਾ, ਉਹਨਾਂ ਗੁਪਤ ਗੱਲਾਂ ਨੂੰ ਉਸ ਸਿੰਘਾਸਨ ਦੇ ਮੋਹਰੇ ਪ੍ਰਗਟ ਕਰੇਗਾ।
ਕਈ ਵਾਰ ਕਈ ਵਿਅਕਤੀ ਕਹਿੰਦੇ ਆ ਮੈਂ ਆਪਣੇ ਬੱਚੇ ਨੂੰ ਇਹ ਗੱਲ ਕਹਿਣੀ ਨਹੀਂ, ਉਹ ਆਪਣਾ ਸਮੇਂ ਦੇ ਅਨੁਸਾਰ ਸੁਧਰ ਜਾਏਗਾ, ਉਹ ਸਾਡੀ ਹਰ ਇੱਕ ਨੀਡ ਨੂੰ ਪੂਰਾ ਕਰਦਾ ਹੈ, ਸਾਡੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਦਾ ਹੈ, ਅਸੀਂ ਕਹਿਣਾ ਨਹੀਂ। ਤੁਹਾਡੇ ਨਾ ਕਹਿਣ ਦੇ ਉਦੇਸ਼ ਦਾ ਵੀ ਨਿਆਂ ਹੋਵੇਗਾ। ਵਿਸ਼ਵਾਸੀ ਦਾ ਇੱਕ ਇੱਕ ਗੱਲ ਦਾ ਮਸੀਹ ਦੇ ਵਿੱਚ ਜੋ ਹੈ, ਜੋ ਕਰ ਰਿਹਾ ਹੈ, ਉਸ ਦਾ ਨਿਆਂ ਹੋਵੇਗਾ, ਉਦੇਸ਼ ਦੇ ਉੱਤੇ ਨਿਆਂ ਹੋਵੇਗਾ। ਕਹਿੰਦਾ ਗੁਪਤ ਗੱਲਾਂ ਨੂੰ ਪ੍ਰਕਾਸ਼ ਕਰੇਗਾ ਅਤੇ ਮਨ ਦੀਆਂ ਦਲੀਲਾਂ ਨੂੰ, ਮਨ ਇੱਥੋਂ ਅਸੀਂ ਉਦੇਸ਼ ਕੀ ਲੈਂਦੇ ਹਾਂ, ਮੈਂ ਇਹ ਕਰਾਂਗਾ, ਮੇਰੇ ਜੀਵਨ ਦਾ ਇੱਕ ਇੱਕ ਗੱਲ ਦਾ ਉਦੇਸ਼ ਮੈਂ ਇਹ ਕਰਾਂਗਾ। ਇੱਥੋਂ ਡਿਸੀਜਨ ਤੋਂ ਗਿਰ ਜਾਂਦੇ ਆ। ਕਹਿੰਦਾ ਦਲੀਲਾਂ ਨੂੰ ਪ੍ਰਗਟ ਕਰੇਗਾ ਅਤੇ ਉਸ ਵੇਲੇ ਹਰ ਕਿਸੇ ਨੂੰ ਪਰਮੇਸ਼ਰ ਦੀ ਵੱਲੋਂ ਵਡਿਆਈ ਮਿਲੇਗੀ, ਉਹਨਾਂ ਨੂੰ ਨਹੀਂ ਜਿਨ੍ਹਾਂ ਨੇ ਉਦੇਸ਼ ਦੇ ਵਿੱਚੋਂ ਫੇਲ ਹੋ ਗਏ। ਕਹਿੰਦਾ ਬਚ ਤਾਂ ਜਾਣਗੇ ਪਰ ਸੜਦੇ ਆ, ਉਹਦਾ ਕੋਈ ਫਾਇਦਾ ਨਹੀਂ। ਗੰਭੀਰ ਹੋ ਜਾਓ ਆਪਣੀ ਲਾਈਫ ਦੇ ਵਿੱਚ। ਕੁਝ ਵੀ ਕਰਨਾ ਹੈ ਜੋ ਅਸੀਂ ਮਨ ਦੇ ਵਿੱਚ ਧਾਰਿਆ ਹੈ, ਮਨ ਦੇ ਵਿੱਚ ਕਿਹਾ ਹੈ ਕਿ ਅਸੀਂ ਇਹ ਕਰ। ਕਈ ਵਾਰ ਮੈਂ ਆਪਣੇ ਇਸ ਜੀਵਨ ਦੇ ਵਿੱਚ ਚੱਲਦੇ ਹੋਏ ਕਹਿੰਦਾ ਕਿ ਮੈਂ ਉਸ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਜਾਣਾ ਹੈ, ਔਰ ਅੰਦਰੋਂ ਆਤਮਾ ਦੀ ਆਵਾਜ਼ ਹੁੰਦੀ ਹੈ ਕਿ ਜਾਣਾ ਹੈ, ਪਰ ਕਈ ਵਾਰ ਆਪਣਾ ਅਜਿਹੀ ਗੱਲ ਆ ਜਾਂਦੀ ਹੈ ਮੇਰੇ ਮੂਹਰੇ, ਨਹੀਂ ਕੱਲ ਨੂੰ ਦੇਖਾਂਗੇ। ਔਰ ਜਦੋਂ ਕੱਲ ਆਉਂਦੀ ਹੈ ਤਾਂ ਉਸ ਜਗ੍ਹਾ ਦੇ ਉੱਤੇ ਜਿੱਥੇ ਜਾਣਾ ਹੈ, ਕਿਉਂ ਪਰਮੇਸ਼ਰ ਲੈ ਕੇ ਜਾ ਰਿਹਾ, ਉਸ ਜਗ੍ਹਾ ਦੇ ਉੱਤੇ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਘਟਨਾ ਘਟ ਜਾਂਦੀ ਹੈ ਜਾਂ ਉਹਨਾਂ ਨੂੰ ਕੋਈ ਸਲਾਹ ਦੇਣੀ ਹੁੰਦੀ ਹੈ, ਉੱਥੋਂ ਨਿਕਲ ਚੁੱਕੇ ਹੁੰਦੇ ਆ, ਤਾਂ ਮਨ ਦੇ ਵਿੱਚ ਪਛਤਾਵਾ ਹੁੰਦਾ। ਇਹਦਾ ਵੀ ਨਿਆਂ ਪਰਮੇਸ਼ਰ ਨੇ ਲੈਣਾ ਹੈ। ਇਸ ਲਈ ਹਰ ਇੱਕ ਗੱਲ ਮਸੀਹ ਦੇ ਵਿੱਚ, ਤੁਹਾਡੇ ਅੰਦਰ ਮਸੀਹ ਵਸਦਾ ਹੈ, ਗੰਭੀਰਤਾ ਦੇ ਨਾਲ ਉਦੇਸ਼ ਲੈ ਕੇ ਚੱਲਣਾ ਹੈ। ਇਹ ਨਾ ਹੋਵੇ ਉਸ ਉਦੇਸ਼ ਦੇ ਵਿੱਚ ਅਸੀਂ ਚੱਲਦਿਆਂ ਹੋਇਆਂ ਗਿਰ ਜਾਈਏ ਤਾਂ ਅਸੀਂ ਨਾਸ਼ ਹੋ ਜਾਵਾਂਗੇ। ਔਰ ਇਸ ਤੋਂ ਅੱਗੇ ਜਿਹੜੀ ਗੱਲ ਹੈ ਉਹ ਹੈ ਸਾਡੇ ਪਿਆਰ ਦੀ ਕਮੀ। ਸਾਡੇ ਪਿਆਰ ਦੀ ਕਮੀ ਦੇ ਵਿੱਚ ਪਰਿਵਾਰਿਕ, ਅਫੀਸ਼ੀਅਲਸ, ਸਟੂਡੈਂਟ ਲਾਈਫ, ਪੇਰੈਂਟਸ ਲਾਈਫ, ਇਹ ਸਭ ਗੱਲਾਂ ਪਿਆਰ ਦੀ ਕਮੀ ਦੇ ਵਿੱਚ ਆਉਂਦੀਆਂ ਨੇ। ਇਸ ਦੇ ਲਈ ਮੈਂ ਆਪ ਦੇ ਲਈ ਜੋ ਵਚਨ ਪੜ੍ਹ ਰਿਹਾ ਹਾਂ, ਕਲੋਸੀਆਂ ਦੀ ਪੱਤਰੀ ਉਸ ਦਾ 3 ਅਧਿਆਏ ਉਸ ਦੀ 18 ਆਇਤ ਤੋਂ ਲੈ ਕੇ 4 ਦੀ 1 ਤੱਕ ਮੈਂ ਪੜਾਂਗਾ। ਧਿਆਨ ਨਾਲ ਸੁਣਾ। ਹੇ ਪਤਨੀਓ, ਤੁਸੀਂ ਆਪਣੇ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ ਯੋਗ ਹੈ। ਹੇ ਪਤੀਓ, ਤੁਸੀਂ ਆਪਣੀਆਂ ਪਤਨੀਆਂ ਨਾਲ ਗੂੜਾ ਪ੍ਰੇਮ ਰੱਖੋ, ਉਹਨਾਂ ਨਾਲ ਕੋੜੇ ਨਾ ਹੋਵੋ। ਪਤੀ ਪਤਨੀ ਦਾ ਪ੍ਰੇਮ ਦਿਖਾਵੇ ਦਾ ਪ੍ਰੇਮ ਨਹੀਂ ਚਾਹੀਦਾ, ਅਸੀਂ ਆਤਮਿਕ ਹਾਂ। ਪਹਿਲੀ ਗੱਲ ਉਹ ਕਹਿੰਦਾ ਪਤਨੀਆਂ ਨੂੰ ਆਪਣੇ ਪਤੀਆਂ ਦੇ ਅਧੀਨ ਹੋਵੋ। ਆਰਡਰਸ਼ਿਪ ਨਹੀਂ ਦਿੱਤੀ ਗਈ ਆ, ਅਧੀਨਤਾ ਦਿੱਤੀ ਹੈ। ਕਈ ਵਾਰ ਮੈਂ ਕਈ ਘਰਾਂ ਦੇ ਵਿੱਚ ਜਾਂਦਾ ਹਾਂ ਤਾਂ ਪਤਨੀਆਂ ਨੂੰ ਮੈਂ ਆਰਡਰ ਦਿੰਦੇ ਹੋਏ ਦੇਖਦਾ, ਏਦਾਂ ਕਰੋ, ਆਹ ਕਰੋ, ਉਹ ਕਰੋ। ਗਲਤ ਗੱਲ ਹੈ। ਪਰਮੇਸ਼ਰ ਸਾਡਾ ਦੁਲਹਾ ਹੈ ਔਰ ਅਸੀਂ ਉਹਦੀ ਦੁਲਹਨ। ਕਿ ਕਦੇ ਦੁਲਹਨ ਆਪਣੇ ਦੁਲਹੇ ਨੂੰ ਆਰਡਰ ਦਿੰਦੀ ਹੈ? ਮੈਂ ਬਾਈਬਲ ਦੇ ਅਨੁਸਾਰ ਬਿਬਲੀਕਲੀ ਇਹ ਚੀਜ਼ ਨਹੀਂ ਵੇਖਦਾ। ਸਾਡਾ ਪਤੀ ਪ੍ਰਭੂ ਯਿਸੂ ਮਸੀਹ ਹੈ ਔਰ ਅਸੀਂ ਉਸ ਦੀ ਦੁਲਹਨ ਹਾਂ। ਉਹ ਸਾਨੂੰ ਲੈਣ ਆਉਣ ਵਾਲਾ ਹੈ, ਅਸੀਂ ਉਸ ਦੇ ਲਈ ਤਿਆਰੀ ਕਰ ਰਹੇ ਹਾਂ। ਜੇ ਸਾਡੇ ਅਤੇ ਉਹਦੇ ਵਿੱਚ ਪਿਆਰ ਫਿੱਕਾ ਹੈ ਤਾਂ ਉਹਦਾ ਨਿਆਂ ਸਾਨੂੰ ਦੇਣਾ ਪਏਗਾ। ਪਤੀ ਪਤਨੀ ਦਾ ਪਿਆਰ ਪੜਗਾਰਤਾ ਦਾ ਹੋਣਾ ਚਾਹੀਦਾ ਹੈ, ਢਿੱਲਾ ਨਹੀਂ ਹੋਣਾ ਚਾਹੀਦਾ। ਮਾੜਾ ਜਿਹਾ ਢਿੱਲਾ ਹੋ ਗਿਆ, ਟੁੱਟ ਗਿਆ। ਉਹ ਢਿੱਲਾ ਹੋਣ ਦਾ ਮਤਲਬ ਪਤਨੀ ਤੇ ਗੁੱਸਾ ਆ ਗਿਆ, ਪਤੀ ਤੇ ਗੁੱਸਾ ਆ ਗਿਆ ਤਾਂ ਕੀ ਗੱਲਾਂ, ਮੈਂ ਛੱਡ ਕੇ ਚਲੇ ਜਾਣਾ, ਮੈਂ ਡਾਈਵੋਰਸ ਲੈ ਲੈਣਾ, ਮੈਂ ਤੈਨੂੰ ਮਿਲਣਾ ਨਹੀਂ, ਮੈਂ ਆਪਣਾ ਕਮਾ ਕੇ ਦੇਖ ਲੈਣਾ, ਮੈਨੂੰ ਵੀ ਆਪਣਾ ਹਿੰਮਤ ਹੈ,
परमेश्वर ने परिवार इसलिए नहीं जोड़िया, उसने इसलिए जोड़िया कि इन्हां दोहां दे राहीं परमेश्वर की महिमा ते वडियाई होवे, क्योंकि ये संरचना पवित्रता दे नाल है। परमेश्वर इस विच इनवॉल्व है, क्योंकि इसकी रचना परमेश्वर ने की है, मनुख की रचना नहीं है। इस करके बाइबल दे विच लिखिया विआह सबना दे विच आदरयोग गिणिया जावे, क्योंकि परमेश्वर दी रचना है। परमेश्वर ने साडे लई दुल्हा तैयार किया है, प्रभु यीशु मसीह। परमेश्वर ने आदम नूं तैयार किया है, हवा नूं दिता गया है, जोड़िया गया है। उत्थे ये नहीं कि उहदे ते अधिकार कर, और उहदे ते ये गल कही गई है कि हुण तू इस नूं किस तरह जपदा। कहंदा है मेरे मांस विचों मांस अते हड्डियां विचों हड्डी है, ये नारी अखवावेगी, नर तो नारी। इहदा मतलब पत्नियां नूं अधीन होण लई किहा, ऑर्डर देण दी गल नहीं है। और पतियां नूं प्यार करन दे लई किद्दां कहा, जिवें तुसीं अपनी देह नूं करदे। देह दे इत्थे सूई लगी आ, फटाफट झट उहदा इलाज करदे आ। देह दे विच किते सेक लग्या, फटाफट उहनूं ठंडी चीज़ नाल ठंडा करन दी कोशिश करदे आ कि वध ना जावे। बुखार चढ़िया, फटाफट गोली खा के उहनूं सही करन दी कोशिश करदे आ। कि कदे तुसीं अपनी पत्नी दे नाल अजिहा प्यार कीता? जे इस प्यार दे विच कई बार असीं कहंदे आ, जे असीं ज़्यादा प्यार करांगे किते सिर ते ना चढ़ बैठण। यू आर स्पिरिचुअल, तुसीं आत्मिक हो। जे आत्मिक हो तो यह सोच अपने मन दे विच नहीं कढ दिओ, क्योंकि परमेश्वर ने तुहानूं भगती दे लई चुनिया है, भगती दे लई रचिया है। पति पत्नी परमेश्वर की रचना है, और परमेश्वर आशीष दे रहा। देखो ट्रायंगल सीरीज किद्दां बनदी है, किस तरह बन रही है। इत्थे परमेश्वर है, इत्थे पति है, इत्थे पत्नी है, और इन्हां दे विच परमेश्वर है, और परमेश्वर इन्हां दे विच वाचा बन रहा, और वाचा बन रहा तो वह प्रगाड़ हो। जे तुसीं इस वाचा दे अधीन हो तो तुहाडा प्यार कदे ठंडा नहीं पएगा। बाइबल दे विच सुलेमान कहंदा है, सफोपदेशक की पुस्तक उसका 4:12 दे विच, तेरी रस्सी कदे झंबदे नहीं टुटदी। इहदा मतलब 3 रस्सियां। जिस प्यार दे रिश्ते विच, जिस अधीनता दे विच परमेश्वर तुहाडे विचकार नहीं है, उहदा प्यार ठंडा पै जाएगा। उहदे विच लड़ाई होवेगी, झगड़े होणगे, विध्वंस, क्योंकि उहदे विच तीसरा पर्सन वो आ गया है जिहड़ा झगड़ालू है, हिज ईविल स्पिरिट। असीं उहनूं चांस नहीं देना अपनी फैमिली दे विच आउण दे लई। जे साडे विच झगड़ा भी हो गया तो बाइबल दे विच लिखिआ, तुहाडा क्रोध दा सूरज डुੱਬ नहीं जाना चाहिए। उहदे डुੱਬਣ तो पहला असीं एक दूजे नाल माफ़ी मंगनी है, ताकि असीं परमेश्वर दे न्याय दे सामणे जिहड़ा प्यार दा है स्थिर खड़े रहिए इन फैमिली लाइफ। अगली गल असीं पढ़दे हां उत्थे 20 आयत दे, हे बालको सबनी गल्ली अपने मापिਆਂ दे आग्याकारी करो, क्यों जो प्रभु दे विच एक गल मन पाउणी है। तीसरी गल, बच्चियां दा माता पिता दे प्रति प्रेम। माता पिता बच्चियां नूं की दिंदे आ? तौफीक, सिक्ख्या। जे माता पिता सही तरीके दे नाल बच्चियां नूं सिक्ख्या ना देण तां मैं ये समझदा हां कि वो बच्चे इस संसार दे विच चले गए ते बिगड़ गए है, और उन्हां दे कोल मुड़ वापस आउण दे लई तुहानूं बहुत मशक्कत करनी पएगी। और मैं अजिहे परिवार देखे है, और उन्हां दे जीवन उजड़े होए वेखे आ। उन्हां दे लई कोई रास्ता नहीं, वो पछताउण ते इलावा उन्हां दे जीवन दे विच कुछ नहीं। वो कई बार मेरे कोल आके कहंदे आ, भाजी, ਵੀਰ जी, ब्रदर जी, तुसीं साडे बच्चों नूं सुधार दो। सुधारन दी जिम्मेवारी किहदे कोल है? पेरेंट्स को। मैं पिछे मैसेज दे चुका, मैं समझा चुका। जे तुहाडा बच्चा गलती करे तो उन्होंने समझाओ, जे नहीं मनता तो उन्होंने ताड़ो,
ਜੇ ਨਹੀਂ ਮੰਨਦਾ ਤਾਂ ਛਿਟੀ ਚੱਕ ਲਓ। ਕਾਹਦੇ ਲਈ? ਸੁਧਾਰਨ ਲਈ। ਜੇ ਛਿਟੀ ਚੱਕਦੇ ਹੋ ਤੁਸੀਂ ਮਾਰਨ ਦੇ ਲਈ ਨਹੀਂ, ਉਹਨੂੰ ਸਹੀ ਹਥਿਆਰ ਬਣਾਉਣ ਦੇ ਲਈ, ਅੱਛਾ ਬੱਚਾ ਬਣਾਉਣ ਦੇ ਲਈ, ਅੱਛੀ ਯੋਗਤਾ ਦੇ ਵਿੱਚ ਲਿਆਉਣ ਦੇ ਲਈ। ਔਰ ਬੱਚਾ ਜਦੋਂ ਆਪਣੇ ਪੇਰੈਂਟਸ ਨੂੰ ਸੱਚਾਈ ਦੇ ਵਿੱਚ ਚੱਲਦਿਆਂ ਹੋਇਆਂ, ਪ੍ਰੇਮ ਦੇ ਵਿੱਚ ਚੱਲਦਿਆਂ ਹੋਇਆਂ, ਧਾਰਮਿਕਤਾ ਦੇ ਵਿੱਚ ਬਣੇ ਰਹਿੰਦਿਆਂ ਹੋਇਆਂ, ਪਵਿੱਤਰਤਾ ਦੇ ਵਿੱਚ ਪਰਮੇਸ਼ਵਰ ਦੇ ਨਾਲ ਬਲੀਨ ਹੁੰਦਿਆਂ ਹੋਇਆਂ ਵੇਖਦਾ ਹੈ ਤਾਂ ਉਹ ਆਗਿਆਕਾਰੀ ਬਣਦਾ ਹੈ। ਕਹਿੰਦਾ ਮਾਪਿਆਂ ਦਾ ਆਗਿਆਕਾਰੀ ਬਣਦਾ ਹੈ, ਫਿਰ ਪ੍ਰਭੂ ਦਾ ਆਗਿਆਕਾਰੀ ਬਣਦਾ, ਫਿਰ ਸੰਗਤ ਦਾ ਆਗਿਆਕਾਰੀ ਬਣਦਾ ਹੈ, ਫਿਰ ਸਮਾਜ ਦਾ ਆਗਿਆਕਾਰੀ ਬਣਦਾ ਹੈ। ਇੱਥੇ ਗੱਲ ਸਹੀ ਹੈ, ਪਰਮੇਸ਼ਵਰ ਦੇ ਵਚਨ 'ਚ ਸਹੀ ਲਿਖਿਆ ਹੈ। ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਬਾਰੇ ਪਤਾ ਕੀ ਲਿਖਿਆ ਹੋਇਆ ਹੈ? ਮੇਰੇ ਨਾਲ ਲੂਕਾ ਦੀ ਅੰਜੀਲ ਉਹਦਾ 2 ਅਧਿਆਏ ਮੈਂ ਆਪ ਦੇ ਲਈ ਪੜ੍ਹ ਰਿਹਾ। ਲੂਕਾ ਦੀ ਅੰਜੀਲ ਉਸ ਦਾ 2 ਅਧਿਆਏ ਉਹਦੀ 51 ਅਤੇ 52 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ। ਇੱਥੇ ਲਿਖਿਆ ਹੈ 2 ਅਧਿਆਏ ਦਾ, ਤਾਂ ਉਹ ਉਹਨਾਂ ਦੇ ਨਾਲ ਤੁਰ ਕੇ ਨਾਸਰਤ ਆਇਆ ਅਤੇ ਉਹਨਾਂ ਦੇ ਅਧੀਨ ਰਿਹਾ, ਅਤੇ ਉਹਦੀ ਮਾਤਾ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਰੱਖਿਆ, ਅਤੇ ਯਿਸੂ ਗਿਆਨ ਔਰ ਕੱਦ ਔਰ ਪਰਮੇਸ਼ਰ ਅਤੇ ਮਨੁੱਖਾਂ ਦੀ ਕਿਰਪਾ ਵਿੱਚ ਵਧਦਾ ਗਿਆ। ਇੱਕ ਬਾਲਕ ਦੇ ਰੂਪ ਦੇ ਵਿੱਚ ਅਧੀਨ ਰਿਹਾ। ਮੇਰੇ ਹੇ ਬਾਲਕੋ, ਸਭਨੀ ਗੱਲੀ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਬਣੋ। ਜੋ ਇੱਥੇ ਕਲੋਸੀਆਂ ਦੀ ਪੁਸਤਕ ਦੇ ਵਿੱਚ ਤੀਸਰਾ ਗੱਲ, ਪਹਿਲਾ ਪਤਨੀਆਂ, ਫਿਰ ਪਤੀ, ਫਿਰ ਆਪਣਾ ਬੱਚੇ। ਇਹਨਾਂ ਦੇ ਵਿੱਚ ਪ੍ਰੇਮ ਕਦੇ ਵੀ ਘਟਣਾ ਨਹੀਂ ਚਾਹੀਦਾ, ਔਰ ਇਹ ਪ੍ਰੇਮ ਪ੍ਰਭੂ ਦੇ ਵਚਨ ਦੇ ਨਾਲ ਬਣਦਾ ਹੈ। ਜੇ ਅਸੀਂ ਪਰਮੇਸ਼ਰ ਦੇ ਵਚਨ ਦੀ ਸਿੱਖਿਆ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਸੌਣ ਲੱਗਿਆਂ, ਉੱਠਣ ਲੱਗਿਆਂ, ਚੱਲਦੇ ਫਿਰਦਿਆਂ ਉਸ ਦੀ ਗੱਲ ਕਰਦੇ ਹਾਂ, ਤਾਂ ਜ਼ਰੂਰ ਸਾਡੇ ਬੱਚੇ ਆਗਿਆਕਾਰੀ ਹੋਣਗੇ, ਅਤੇ ਉਹਨਾਂ ਦੇ ਦਿਲਾਂ ਦੇ ਵਿੱਚ ਸਾਡਾ ਨਹੀਂ ਪਰਮੇਸ਼ਰ ਦੇ ਵਚਨ ਦਾ ਭੈ ਹੋਵੇਗਾ, ਅਤੇ ਲੋਕ ਕਹਿਣਗੇ ਸੱਚਮੁੱਚ ਇਹਨਾਂ ਦੇ ਵਿੱਚ ਪਰਮੇਸ਼ਰ ਚੱਲਦਾ ਫਿਰਦਾ ਹੈ। ਨਹੀਂ ਤਾਂ ਉਹਨਾਂ ਦੇ ਵਿੱਚ ਸੰਸਾਰ ਦੀਆਂ ਗੱਲਾਂ ਆਉਣਗੀਆਂ, ਸੰਸਾਰ ਦੇ ਵਿਚਾਰ ਆਉਣਗੇ। ਫੈਸਲਾ ਹੁਣ ਮੇਰਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਉਸ ਦੇ ਲਈ ਨਮੂਨਾ ਬਣ ਰਿਹਾ, ਔਰ ਮੇਰੇ ਬੱਚੇ ਇਸ ਸੰਸਾਰ ਦੇ ਵਿੱਚ ਔਰ ਇਸ ਕਲੀਸਿਆ ਦੇ ਵਿੱਚ, ਇਸ ਘਰ ਦੇ ਵਿੱਚ ਪਰਮੇਸ਼ਰ ਦੇ ਪ੍ਰਤੀ ਆਗਿਆਕਾਰੀ ਹੈ। ਜੇ ਉੱਥੇ ਆਗਿਆਕਾਰੀ ਹੈ ਤਾਂ ਮਾਤਾ ਪਿਤਾ ਦੇ ਆਗਿਆਕਾਰੀ, ਮਾਤਾ ਪਿਤਾ ਦੇ ਆਗਿਆਕਾਰੀ ਹੈ ਕਲੀਸਿਆ ਦੇ ਆਗਿਆਕਾਰੀ, ਕਲੀਸਿਆ ਦੇ ਆਗਿਆਕਾਰੀ ਸਮਾਜ ਦੇ। ਤੁਹਾਡੇ ਪਰਮੇਸ਼ਰ ਦੀ ਵਡਿਆਈ। ਇਸ ਲਈ ਇੱਥੇ ਕਹਿੰਦਾ ਸਭਨੀ ਗੱਲੀ ਆਪਣੇ ਮਾਤਾ ਪਿਤਾ ਦੇ ਅਧੀਨ ਰਹੋ। ਕੋਲੋਸੀਆਂ ਦੀ ਪੁਸਤਕ ਦੇ ਵਿੱਚ ਇਹ ਗੱਲ ਸਾਫ਼ ਰੀਤੀ ਨਾਲ ਲਿਖੀ ਗਈ ਹੈ। ਔਰ ਉਸ ਤੋਂ ਬਾਅਦ ਉਹ ਕਹਿੰਦਾ ਹੈ, ਹੇ ਪਿਤਾਓ, ਆਪਣੇ ਬਾਲਕਾਂ ਨੂੰ ਨਾ ਖਿਜਾਓ, ਭਾਈ ਉਹ ਕਿਤੇ ਮਨ ਹਾਰ ਦੇਣ। ਕਈ ਮਾਤਾ ਪਿਤਾ ਨੂੰ ਆਦਤ ਹੁੰਦੀ ਹੈ, ਮੇਰਾ ਬੱਚਾ ਇੰਜੀਨੀਅਰ ਬਣੇ, ਮੇਰਾ ਬੱਚਾ ਡਾਕਟਰ ਬਣੇ, ਮੇਰਾ ਬੱਚਾ, ਉਹਨਾਂ ਨੂੰ ਆਪਣਾ ਬਾਰ-ਬਾਰ ਉਸੇ ਗੱਲ ਤੇ ਫੋਰਸ ਕਰਦੇ ਰਹਿੰਦੇ, ਕਰ ਇਹ। ਇਹ ਪ੍ਰਾਰਥਨਾ ਨਹੀਂ ਕਰਦੇ, ਪ੍ਰਭੂ ਤੇਰੀ ਮੇਰੇ ਬੱਚਿਆਂ ਦੇ ਪ੍ਰਤੀ ਕੀ ਇੱਛਾ ਹੈ, ਔਰ ਇਹ ਬੱਚੇ ਤੈਂ ਸਾਨੂੰ ਦਿੱਤੇ ਹੈ, ਇਹਨਾਂ ਬੱਚਿਆਂ ਦਾ ਮਾਰਗਦਰਸ਼ਨ ਕਰ। ਜ਼ਬਰਦਸਤੀ ਕਦੇ ਵੀ ਆਪਣੇ ਬੱਚਿਆਂ ਨਾਲ ਨਾ ਕਰੋ। ਔਰ ਬਾਈਬਲ ਮੇਰੇ ਜੀਵਨ ਦਾ ਐਕਸਪੀਰੀਅੰਸ ਹੈ, ਬਾਈਬਲ ਕਦੀ ਵੀ ਸਾਨੂੰ ਗਲਤ ਗਾਈਡੈਂਸ ਨਹੀਂ ਕਰਦੀ, ਸਾਡੇ ਬੱਚਿਆਂ ਦੇ ਭਵਿੱਖ ਨੂੰ ਸਿਕਿਉਰ ਕਰਦੀ ਹੈ। ਮੇਰੇ ਜੀਵਨ ਦੇ ਵਿੱਚ ਇੱਕ ਇੱਕ ਗੱਲ ਵਚਨ ਦੇ ਵਿੱਚ ਹੈ। ਮੈਂ ਆਪਣੀ ਬੇਟੀ ਨੂੰ ਕਿੱਥੇ ਲੈ ਕੇ ਜਾਣਾ ਹੈ, ਮੇਰੇ ਜੀਵਨ ਦੇ ਵਿੱਚ ਸੇਵਾ ਦਾ ਆਧਾਰ ਕਿੱਥੇ ਹੈ, ਮੈਂ ਕੋਈ ਵੀ ਕੰਮ ਕਰਨਾ ਹੈ ਤਾਂ ਵਚਨ ਮੈਨੂੰ ਦੱਸ ਦਿੰਦਾ, ਇੱਦਾਂ ਨਹੀਂ ਇੱਦਾਂ ਕਰ। ਔਰ ਸਹੀ ਰਸਤੇ ਦੇ ਵਿੱਚ ਮੈਨੂੰ ਸਹੀ ਵੇ ਮਿਲ ਜਾਂਦਾ, ਔਰ ਮੈਂ ਕਦੇ ਸ਼ਰਮਿੰਦਾ ਨਹੀਂ ਹੋਇਆ ਜਦ ਤੱਕ ਮੈਂ ਪਰਮੇਸ਼ਰ ਦੀ ਯੋਜਨਾ ਨੂੰ ਆਪਣੇ ਜੀਵਨ ਵਿੱਚ ਪੁੱਛਦਾ। ਕੀ ਤੁਸੀਂ ਪੁੱਛਦੇ ਹੋ, ਪਰਮੇਸ਼ਰ ਸਾਡੇ ਬੱਚਿਆਂ ਦੇ ਪ੍ਰਤੀ ਤੇਰੀ ਕੀ ਯੋਜਨਾ ਹੈ? ਤੂੰ ਇਹ ਬੱਚੇ ਦੇ, ਮੇਰੀ ਬੇਟੀ ਜਦੋਂ ਤੋਂ ਪੈਦਾ ਹੋਈ ਹੈ, ਮੈਂ ਉਸ ਦੇ ਲਈ ਲਗਾਤਾਰ ਪ੍ਰਾਰਥਨਾ ਕਰਦਾ ਆ ਰਿਹਾ, ਪ੍ਰਭੂ ਤੇਰੀ ਬੇਟੀ ਹੈ, ਚਾਹੇ ਸਾਨੂੰ ਦਿੱਤੀ ਹੈ, ਅਸੀਂ ਦੀ ਪਰਵਰਿਸ਼ ਕਰਨੀ ਹੈ, ਔਰ ਤੇਰਾ ਇਸ ਦੇ ਜੀਵਨ ਦੇ ਵਿੱਚ ਕੀ ਉਦੇਸ਼ ਹੈ, ਨਿਸ਼ਾਨਾ ਕੀ ਉਹਨੂੰ ਪ੍ਰਗਟ। ਮੈਂ ਉਹਨੂੰ ਰਿਸ ਨਹੀਂ ਦਵਾਵਾਂਗਾ, ਮੈਂ ਉਹਨੂੰ ਇਹ ਨਹੀਂ ਕਹਾਂਗਾ ਮੇਰਾ ਬੱਚਾ ਮੇਰੇ ਤੋਂ ਹੀ ਨਫ਼ਰਤ ਕਰਨ ਲੱਗ ਜਾਏ, ਜਾਂ ਮੇਰਾ ਪ੍ਰਭੂ ਬਾਰ-ਬਾਰ ਉਹ ਕੰਮ ਕਰੇ, ਮੈਂ ਉਹਦੇ ਤੋਂ ਨਫ਼ਰਤ ਨਹੀਂ।
ਪ੍ਰਭੂ ਇਸ ਤਰ੍ਹਾਂ ਨਹੀਂ ਕਰਦਾ ਹੈ। ਇਸ ਕਰਕੇ ਆਪਣੇ ਬੱਚਿਆਂ ਨੂੰ ਰਿਸ ਨਾ ਦਿਲਾਓ, ਕ੍ਰੋਧ ਨਾ ਦਿਲਾਓ। ਉਹ ਖਿੱਝ ਜਾਣ, ਮੈਨੂੰ ਆਪਣੀ ਮੰਮੀ ਤੋਂ, ਉਹ ਆਪਣੀ ਮੰਮੀ ਨੂੰ ਛੱਡ ਕੇ ਦੂਸਰਿਆਂ ਦੀ ਮੰਮੀ ਨੂੰ ਕਹਿਣ ਮੈਨੂੰ ਤਾਂ ਉਹ ਚੰਗੀ ਲੱਗਦੀ ਹੈ। ਤੁਸੀਂ ਕਿਉਂ ਨਹੀਂ ਲੱਗਦੇ? ਉਹ ਦੂਸਰਿਆਂ ਦੀ ਤਾਰੀਫ ਕਰ ਰਿਹਾ, ਤੁਹਾਡੀ ਤਾਰੀਫ ਕਿਉਂ ਨਹੀਂ ਕਰਦੇ? ਇਹ ਕਾਰਨ ਹੈ ਅਸੀਂ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੇ ਹੱਥ ਵਿੱਚ ਨਹੀਂ ਸੌਂਪਦੇ, ਆਪਣੇ ਬੱਚਿਆਂ ਨੂੰ ਪਰਮੇਸ਼ਰ ਦੀ ਸਿੱਖਿਆ ਨਹੀਂ ਦਿੰਦੇ, ਆਪਣੇ ਬੱਚਿਆਂ ਨੂੰ ਪਰਮੇਸ਼ਰ ਦੇ ਉੱਤੇ ਡਿਪੈਂਡ ਰਹਿਣਾ ਨਹੀਂ ਸਿਖਾਉਂਦੇ, ਆਪਣੇ ਬੱਚਿਆਂ ਨੂੰ ਪਰਮੇਸ਼ਰ ਦੇ ਪਿੱਛੇ ਚੱਲਣਾ ਨਹੀਂ ਸਿਖਾਉਂਦੇ। ਇਸ ਕਰਕੇ ਸਾਡੇ ਬੱਚੇ ਸਾਡੇ ਤੋਂ ਵੀ ਨਫ਼ਰਤ ਕਰਦੇ ਆ ਅਤੇ ਵਚਨ ਤੋਂ ਵੀ ਨਫ਼ਰਤ ਕਰਦੇ ਆ ਅਤੇ ਉਹ ਪਰਮੇਸ਼ਰ ਦੇ ਘਰ ਜਾਣਾ ਪਸੰਦ ਨਹੀਂ ਕਰਦੇ। ਪ੍ਰਾਰਥਨਾ ਕਰੋ, ਵੀ ਵਿਲ ਪ੍ਰੇ ਕੇਅਰਫੁਲੀ। ਆਪਣੇ ਜੀਵਨ ਦੇ ਲਈ ਅਸੀਂ ਕੇਅਰਫੁਲੀ ਹਾਂ, ਆਪਣੇ ਖਾਣ ਪੀਣ ਦੇ ਪ੍ਰਤੀ ਕੇਅਰਫੁਲੀ ਹਾਂ, ਆਪਣੇ ਪਹਿਨਣ ਦੇ, ਆਪਣੇ ਚੱਲਣ ਫਿਰਨ ਦੇ ਪ੍ਰਤੀ ਕੇਅਰਫੁਲੀ। ਬੱਚਿਆਂ ਦੇ ਪ੍ਰਤੀ ਕਿਉਂ ਨਹੀਂ? ਉਹਨਾਂ ਨੂੰ ਰਿਸ ਨਾ ਦਿਲਾਓ। ਔਰ ਉਸ ਤੋਂ ਬਾਅਦ ਅੱਗੇ ਕਹਿੰਦਾ ਹੈ, ਹੇ ਨੌਕਰੋ ਤੁਸੀਂ ਸਭਨੀ ਗੱਲੀ ਆਪਣੇ ਸੰਸਾਰਕ ਮਾਲਕਾਂ ਦੀ ਆਗਿਆਕਾਰੀ ਕਰੋ ਅਤੇ ਮਨੁੱਖਾਂ ਦੇ ਗਿਝਾਉਣ ਵਾਲਿਆਂ ਵਾਂਗੂ ਵਿਖਾਵੇ ਦੀ ਨੌਕਰੀ ਨਹੀਂ, ਸਗੋਂ ਮਨ ਦੀ ਸਫਾਈ ਨਾਲ ਪ੍ਰਭੂ ਦੇ ਭੈ ਨਾਲ ਕਰੋ। ਜੌਬ ਦੇ ਵਿੱਚੋਂ ਜਾਂ ਕਿਸੇ ਸ਼ਾਪ ਦੇ ਵਿੱਚੋਂ ਜਾਂ ਕਿਸੇ ਸਕੂਲ ਦੇ ਵਿੱਚੋਂ ਜਾਂ ਕਿਸੇ ਬੈਂਕ ਦੇ ਵਿੱਚੋਂ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਤੁਸੀਂ ਜੌਬ ਕਰ ਰਹੇ ਹੋ ਤਾਂ ਵਫਾਦਾਰੀ ਨਾਲ, ਇਮਾਨਦਾਰੀ ਨਾਲ ਕਰੋ। ਬਾਈਬਲ ਦੇ ਵਿੱਚ ਪ੍ਰਭੂ ਨੇ ਕਿਹਾ, ਜਿਹੜਾ ਵੱਡਾ ਹੋਣਾ ਚਾਹੁੰਦਾ ਪਹਿਲਾਂ ਨੌਕਰ ਬਣੇ, ਦਾਸ ਬਣੇ। ਇਹਦਾ ਮਤਲਬ ਉਹ ਅਧੀਨਤਾ ਦੇ ਵਿੱਚ, ਆਗਿਆਕਾਰੀਤਾ ਦੇ ਵਿੱਚ ਰਹੇ। ਜੇ ਅਸੀਂ ਆਗਿਆਕਾਰੀਤਾ ਦੇ ਵਿੱਚ ਰਹਿੰਦੇ ਹਾਂ ਤੇ ਜਿਹੜਾ ਮੇਰੇ ਤੋਂ ਉੱਪਰ ਆਫਿਸਰ ਆ ਉਹ ਕਹਿੰਦਾ ਸੱਚਮੁੱਚ ਇਹ ਵਧੀਆ ਵਿਅਕਤੀ ਹੈ, ਅਸੀਂ ਇਹਨੂੰ ਪ੍ਰਮੋਟ ਕਰਦੇ ਹਾਂ, ਪ੍ਰਮੋਸ਼ਨ ਦੇ ਵਿੱਚ ਆਉਂਦਾ ਹੈ। ਪਰਮੇਸ਼ਰ ਦਾ ਵਚਨ ਸਾਨੂੰ ਵਫਾਦਾਰੀ ਸਿਖਾਉਂਦਾ ਹੈ। ਯਹੋਸ਼ੂਆ ਨੇ ਕਿਸ ਤਰ੍ਹਾਂ ਪਰਮੇਸ਼ਰ ਦੇ ਵਿੱਚ ਵਫਾਦਾਰੀ ਕੀਤੀ ਹੈ, ਅਬਰਾਹਮ ਕਿਸ ਤਰ੍ਹਾਂ ਵਫਾਦਾਰੀ ਦੇ ਨਾਲ ਚੱਲਦਾ ਰਿਹਾ, ਪੌਲਸ ਕਿਸ ਤਰ੍ਹਾਂ ਵਫਾਦਾਰੀ ਦੇ ਨਾਲ ਚੱਲਦਾ ਰਿਹਾ ਹੈ, ਯਹੋਨਾ ਕਿਸ ਤਰ੍ਹਾਂ ਵਫਾਦਾਰੀ ਦੇ ਨਾਲ ਚੱਲਿਆ ਹੈ, ਪਤਰਸ ਜਦੋਂ ਆਪਣਾ ਪਰਮੇਸ਼ਰ ਦੇ ਆਤਮਾ ਨੂੰ ਪਾਇਆ ਤਾਂ ਕਿਸ ਤਰ੍ਹਾਂ ਵਫਾਦਾਰੀ ਦੇ ਵਿੱਚ ਚੱਲਿਆ ਹੈ। ਪਰਮੇਸ਼ਰ ਨੇ ਸਰਾਇਆ ਹਨ। ਉਹ ਦਿਖਾਵੇ ਦੇ ਲਈ ਕੰਮ ਨਹੀਂ ਕਰਦੇ। ਮੈਂ ਦਿਖਾਵੇ ਦੇ ਲਈ ਚਰਚ ਆ ਰਿਹਾ, ਮੈਂ ਦਿਖਾਵੇ ਦੇ ਲਈ ਉਹ ਕੰਮ ਕਰ ਰਿਹਾ, ਨਥਿੰਗ ਐਲਸ। ਦਿਖਾਵਾ ਪ੍ਰਗਟ ਹੋ ਜਾਂਦਾ ਹੈ ਤੇ ਇਹਦਾ ਨਿਆਂ ਹੋਵੇਗਾ ਸਾਡੇ ਜੀਵਨ ਦੇ ਵਿੱਚ। ਇੱਥੇ ਜੇ ਮਾਲਕ ਅਤੇ ਨੌਕਰ ਦੇ ਪਿਆਰ ਦੇ ਵਿੱਚ ਢਿੱਲ ਆ ਗਈ ਹੈ, ਬੱਚੇ ਅਤੇ ਮਾਤਾ ਪਿਤਾ ਦੇ, ਪਤੀ ਪਤਨੀ ਦੇ ਵਿੱਚ ਪ੍ਰੇਮ ਦੇ ਵਿੱਚ ਢਿੱਲ ਆ ਗਈ ਹੈ, ਤਾਂ ਪਰਮੇਸ਼ਰ ਦੇ ਨਿਆਂ ਦਾ ਤਰਜੂ ਮੇਰੇ ਅਤੇ ਆਪ ਦੇ ਉੱਤੇ ਖੜਾ ਹੋਇਆ ਹੈ। ਇਸ ਲਈ ਸਾਡਾ ਪ੍ਰੇਮ ਢਿੱਲਾ ਨਾ ਹੋਵੇ। ਅਸੀਂ ਪਰਮੇਸ਼ਵਰ ਦੇ ਅਧੀਨ ਹੋ ਕੇ ਪਰਮੇਸ਼ਵਰ ਦੀ ਮਹਿਮਾ ਅਤੇ ਵਡਿਆਈ ਕਰਦੇ ਜਾਈਏ। ਉਸ ਤੋਂ ਅੱਗੇ ਉਹ ਕਹਿੰਦਾ ਹੈ, ਕਿਉਂਕਿ ਤੁਸੀਂ ਜਾਣਦੇ ਹੋ ਭਾਈ, ਤੁਹਾਨੂੰ ਪ੍ਰਭੂ ਤੋਂ ਅਧਿਕਾਰ ਦਾ ਫਲ ਮਿਲੇਗਾ। ਤੁਸੀਂ ਮਸੀਹ ਪ੍ਰਭੂ ਦੀ ਸੇਵਾ ਕਰਦੇ ਹੋ, ਕਿਉਂਕਿ ਜਿਹੜਾ ਕਨਿਆਉ ਕਰਦਾ ਹੈ ਉਹਨੂੰ ਕਨਿਆਉ ਦਾ ਵੱਟਾ ਮਿਲੇਗਾ ਅਤੇ ਜਿਹੜਾ ਪੱਖਪਾਤ, ਕਿਉਂਕਿ ਪਰਮੇਸ਼ਰ ਦੇ ਹਜ਼ੂਰ ਪੱਖਪਾਤ ਹੁੰਦਾ ਹੀ ਨਹੀਂ। ਇਸ ਲਈ ਅਸੀਂ ਅਧੀਨਤਾ ਦੇ ਵਿੱਚ ਰਹਿ ਕੇ ਇੱਕ ਦੂਜੇ ਦੇ ਨਾਲ ਪਿਆਰ ਕਰਦੇ ਹੋਏ ਪ੍ਰਗਾੜਤਾ ਦੇ ਪ੍ਰੇਮ ਦੇ ਨਾਲ, ਜਦ ਤੱਕ ਮੇਰਾ ਪ੍ਰਭੂ ਆ ਨਾ ਜਾਏ ਤਦ ਤੱਕ ਅਸੀਂ ਇਸੇ ਤਰ੍ਹਾਂ ਇੱਕ ਦੂਜੇ ਦੇ ਨਾਲ ਭਰਾਪਨ ਦਾ ਪਿਆਰ ਕਰਦੇ ਹੋਏ ਅੱਗੇ ਵਧਦੇ ਜਾਣਾ ਹੈ। ਇਸ ਲਈ ਬਾਈਬਲ ਇਹ ਦੱਸਦੀ ਹੈ, ਸਾਡੇ ਪਿਆਰ ਦੀ ਕਮੀ ਦਾ ਨਿਆਂ ਵੀ ਪਰਮੇਸ਼ਰ ਨੇ ਕਰਨਾ ਹੈ। ਨਿਸਵਾਰਥ ਪ੍ਰੇਮ ਕਰੋ, ਸਵਾਰਥ ਦਾ ਪ੍ਰੇਮ ਨਾ ਕਰੋ। ਜੇ ਮੈਨੂੰ ਪ੍ਰਭੂ ਨੇ ਕਿਹਾ ਤੂੰ ਉਹਨੂੰ ਆਪਣਾ ਟਾਈਮ ਦੇ ਕੇ ਉਹਦੇ ਨਾਲ ਪਿਆਰ ਪ੍ਰਗਟ ਕਰ। ਜੇ ਤੇਰੇ ਕੋਲ ਕੁਛ ਹੈ ਤਾਂ ਉਹਨੂੰ ਦੇ ਕੇ ਆਪਣਾ ਪਿਆਰ ਪ੍ਰਗਟ ਕਰ, ਤਾਂ ਉਸ ਦਾ ਨਿਆਂ ਤੁਹਾਨੂੰ ਮਿਲੇਗਾ। ਜੇ ਤੁਸੀਂ ਉਸ ਨੂੰ ਨਹੀਂ ਦੇ ਰਹੇ ਹੋ ਤਾਂ ਉਸ ਦਾ ਨਿਆਂ ਪਰਮੇਸ਼ਰ ਤੁਹਾਡੇ ਕੋਲੋਂ ਲਏਗਾ, ਵਿਸ਼ਵਾਸੀ ਦੇ ਕੋਲੋਂ ਲਏਗਾ। ਸੋ ਅੱਜ ਅਸੀਂ ਦੇਖਿਆ ਹੈ ਸਾਡੇ ਉਦੇਸ਼ ਅਤੇ ਸਾਡੇ ਪਿਆਰ ਦੀ ਕਮੀ। ਇਹ ਅਸੀਂ 7 ਗੱਲਾਂ ਦੇਖੀਆਂ। ਕੱਲ ਅਸੀਂ ਦੇਖਾਂਗੇ ਸਾਡੇ ਕੰਮਾਂ ਦਾ ਨਿਆਂ ਅਤੇ ਪਰਮੇਸ਼ਵਰ ਦੇ ਲਈ ਸਾਡੀ ਸੇਵਾ ਦਾ ਨਿਆਂ।
ਕੱਲ ਅਸੀਂ ਇਹਨਾਂ ਗੱਲਾਂ ਦੇ ਉੱਤੇ ਮੈਂ ਆਪ ਦੇ ਨਾਲ ਰੂਬਰੂ ਹੋਵਾਂਗਾ। ਤਦ ਤੱਕ ਦੇ ਲਈ ਮੈਂ ਆਪ ਤੋਂ ਵਿਦਾ ਹੁੰਦਾ ਹਾਂ। ਪ੍ਰਭੂ ਆਪ ਨੂੰ ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਾਰਾਨਾਥਾ।